ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਬਰਨ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲ ਅਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਅਸਟੇਟ ਦੀ ਦੁਨੀਆ ਦੇ ਵਿੱਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। H1B ਮਾਲਕਾਂ ਲਈ ਵੱਡੀ ਜਿੱਤ। ਮਾਰਕੀਟ ਖੋਜ ਵਿਸ਼ਲੇਸ਼ਕਾਂ ਨੂੰ ਇੱਕ ਵਿਸ਼ੇਸ਼ ਪੇਸ਼ੇ ਵਜੋਂ ਮਿਲੀ ਮਨਜ਼ੂਰੀ। ਕੈਨੇਡਾ ਦੇ ਕਰੋਨਾ ਟੈਸਟ ਨੇ ਕੱਢੇ ਮੁਸਾਫਰਾਂ ਦੇ ਵੱਟ। ਭਾਰਤ ਤੋਂ ਉਡਾਣ ਭਰਨ ਵਾਲੀਆਂ ਕੌਮਾਂਤਰੀ ਯਾਤਰੀ ਉਡਾਣਾਂ 3 ਨਵੰਬਰ ਤੱਕ ਬੈਨ। ਅਮਰੀਕਾ ਅਰਬਪਤੀਆਂ ਤੇ ਜ਼ਿਆਦਾ ਟੈਕਸ ਲਗਾਉਣ ਦੀ ਯੋਜਨਾ ਤੇ ਮੁੜ ਨਹੀਂ ਬਣ ਸਕੀ ਸਹਿਮਤੀ। ਅਮਰੀਕਾ ਨੇ ਅਫਗਾਨਿਸਤਾਨ ਦੇ ਲੋਕਾਂ ਲਈ $144 ਮਿਲੀਅਨ ਦੀ ਸਹਾਇਤਾ ਦਾ ਕੀਤਾ ਐਲਾਨ। ਟੇਡਰੋਸ ਅਧਨੋਮ ਦੂਜੀ ਵਾਰ ਬਿਨਾਂ ਵਿਰੋਧ ਬਣੇ WHO ਡਾਇਰੈਕਟਰ ਜਨਰਲ। ਅਮਰੀਕਾ ਦੇ ਲਾਸ ਏਂਜਲਸ ਏਅਰਪੋਰਟ ਤੇ ਸ਼ਖਸ ਕੋਲ ਹਥਿਆਰ ਮਿਲਣ ਤੇ ਪਈਆਂ ਭਾਜੜਾਂ, ਇੱਕ ਗ੍ਰਿਫਤਾਰ। ਫ੍ਰਿਜ਼ਨੋ ਦੇ ਹਸਪਤਾਲ ਵਿੱਚ ਵੱਧ ਰਹੀ ਹੈ ਕਰੋਨਾ ਮਰੀਜ਼ਾਂ ਦੀ ਗਿਣਤੀ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। H1B ਰੁਜ਼ਗਾਰ ਦਾਤਾਵਾਂ ਨੂੰ ਇੱਕ ਵੱਡੀ ਜਿੱਤ ਦਿਵਾਉਂਦੇ ਹੋਏ ਸੰਘੀ ਅਦਾਲਤ ਨੇ ਇੱਕ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਮਝੌਤੇ ਦੇ ਤਹਿਤ US ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਹੁਣ ਇੱਕ ਵਿਸ਼ੇਸ਼ ਪੇਸ਼ੇ ਵਜੋਂ ਮਾਰਕੀਟ ਖੋਜ ਵਿਸ਼ਲੇਸ਼ਕਾਂ ਨੂੰ ਯੋਗ ਠਹਿਰਾਉਣ ਤੇ ਸਹਿਮਤ ਹੋ ਗਈ ਹੈ। ਇਸ ਨਾਲ H1B ਵੀਜ਼ਾ ਧਾਰਕਾਂ ਲਈ ਕਿਸੇ ਹੋਰ ਵਿਦੇਸ਼ ਪੇਸ਼ੇ ਵਿੱਚ ਦਾਖਲ ਹੋਣ ਦਾ ਰਾਹ ਪੱਧਰਾ ਹੋ ਗਿਆ। ਬਿਊਰੋ ਆਫ ਲੇਬਰ ਸਟੈਟਿਸਟਿਕਸ ਦਾ ਲੇਬਰ ਡਿਪਾਰਟਮੈਂਟ US ਜੌਬ ਮਾਰਕੀਟ ਵਿੱਚ ਸੈਂਕੜੇ ਕਿੱਤਿਆਂ ਨੂੰ ਸੂਚੀਬੱਧ ਕਰ ਰਿਹਾ ਹੈ, ਜਿਸ ਦੇ ਤਹਿਤ USCIS ਦਾ ਕਹਿਣਾ ਹੈ ਕਿ ਉਹ ਮਾਰਕੀਟ ਖੋਜ ਵਿਸ਼ਲੇਸ਼ਕ ਵਿਸ਼ੇ ਪੇਸ਼ੇ ਵਜੋਂ ਯੋਗ ਨਹੀਂ। ਕੈਲੀਫੋਰਨੀਆ ਦੇ ਉੱਤਰੀ ਜ਼ਿਲ੍ਹੇ ਵਿੱਚ ਇੱਕ ਸੰਘੀ ਜ਼ਿਲ੍ਹਾ ਅਦਾਲਤ ਨੇ ਇਸ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਕੰਪਨੀਆਂ ਹੁਣ USCIS ਤੋਂ ਉਹਨਾਂ ਦੀਆਂ ਅਸਵੀਕਾਰ ਕੀਤੀਆਂ ਵੀਜ਼ਾ ਅਰਜ਼ੀਆਂ ਤੇ ਦੁਬਾਰਾ ਫੈਸਲਾ ਕਰਨ ਲਈ ਬੇਨਤੀ ਕਰ ਸਕਦੀਆਂ ਨੇ। ਅਮਰੀਕਨ ਇਮੀਗ੍ਰੇਸ਼ਨ ਕੌਂਸਲ ਦੇ ਸੀਨੀਅਰ ਵਕੀਲ ਲੇਸਲੀ ਕੇ ਡੇਲਨ ਨੇ ਕਿਹਾ, ਇਹ ਸਮਝੌਤਾ ਇੱਕ ਬਹੁਤ ਹੀ ਮਹੱਤਵਪੂਰਨ ਜਿੱਤ ਹੈ, ਜਿਸ ਨਾਲ ਉਹਨਾਂ ਸੈਂਕੜੇ ਅਮਰੀਕੀ ਕਾਰੋਬਾਰਾਂ ਅਤੇ ਮਾਰਕੀਟ ਖੋਜ ਵਿਸ਼ਲੇਸ਼ਕਾਂ ਨੂੰ ਲਾਭ ਹੋਵੇਗਾ ਜਿਨ੍ਹਾਂ ਨੂੰ ਨਿਯੁਕਤ ਕਰਨਾ ਚਾਹੁੰਦੇ ਹਨ। ਇਹ ਸਮਝੌਤਾ ਅਮਰੀਕੀ ਉਦਯੋਗਾਂ ਨੂੰ ਉਹਨਾਂ ਦੀਆਂ H1B ਮਾਰਕੀਟ ਵਿਸ਼ਲੇਸ਼ਕ ਪਟੀਸ਼ਨਾਂ ਨੂੰ ਮਨਜ਼ੂਰੀ ਦੇਣ ਦਾ ਇੱਕ ਹੋਰ ਮੌਕਾ ਪ੍ਰਦਾਨ ਕਰੇਗਾ। ਇਸ ਸੰਬੰਧ ਵਿੱਚ ਅਮਰੀਕਨ ਇਮੀਗ੍ਰੇਸ਼ਨ ਲਾਇਰਸ ਐਸੋਸੀਏਸ਼ਨ ਅਤੇ ਫੰਡ ਕੰਪਨੀਆਂ ਵਾਨ ਦੇਰ ਹਾਊਟ LLP, ਬੈਰੀ ਐਪਮੈਨ ਐਂਡ ਲਿਡੇਨ LLP ਅਤੇ ਕੱਕ ਬੈਕਸਟਰ ਇਮੀਗ੍ਰੇਸ਼ਨ ਨੇ ਮੁਕੱਦਮਾ ਦਾਇਰ ਕੀਤਾ ਸੀ। ਬੈਰੀ ਐਪਲਮੈਨ ਅਤੇ ਲਿਡੇਨ LLP ਦੀ ਸਹਿਭਾਗੀ ਜੈਫ ਜੋਸਫ ਨੇ ਕਿਹਾ ਕਿ ਸੌਦੇ ਨੇ ਆਖਰਕਾਰ ਇੱਕ ਮੁੱਦਾ ਹੱਲ ਕਰ ਦਿੱਤਾ, ਜਿਸ ਲਈ ਇਮੀਗ੍ਰੇਸ਼ਨ ਵਕੀਲ ਸਾਲਾਂ ਤੋਂ ਸਰਕਾਰ ਨਾਲ ਲੜ ਰਹੇ ਸਨ। ਕੈਨੇਡਾ ਪਹੁੰਚਣ ਲਈ ਕਈ ਮੁਸਾਫਰਾਂ ਨੂੰ ਸਫ਼ਰ ਖਰਚੇ ਤੋਂ ਜ਼ਿਆਦਾ ਰਕਮ ਕਰੋਨਾ ਟੈਸਟ ਤੇ ਕਰਨੀ ਪੈ ਰਹੀ ਹੈ, ਜਿਸ ਦੀ ਕੀਮਤ ਇਸ ਵੇਲੇ $300 ਦੱਸੀ ਗਈ ਹੈ। ਦੂਜੇ ਪਾਸੇ ਅਮਰੀਕਾ ਸਰਕਾਰ $20 ਵਾਲਾ ਟੈਸਟ ਵੀ ਪ੍ਰਵਾਨ ਕਰਵਾ ਰਹੀ ਹੈ। ਇਹਨਾਂ ਹਾਲਾਤਾਂ ਨੂੰ ਵੇਖਦਿਆਂ ਦੋਵੇਂ ਟੀਕੇ ਲਗਵਾ ਚੁੱਕੇ ਲੋਕਾਂ ਨੇ ਟੈਸਟ ਦੀ ਸ਼ਰਤ ਤੋਂ ਮੁਕਤ ਕਰਨ ਦੀ ਆਵਾਜ਼ ਲਗਾਤਾਰ ਬੁਲੰਦ ਹੁੰਦੀ ਜਾ ਰਹੀ ਹੈ। ਆਵਾਜਾਈ ਬੰਦਿਸ਼ਾਂ ਵਿੱਚ ਢਿੱਲ ਦੇ ਬਾਵਜੂਦ ਹਵਾਈ ਅਤੇ ਜ਼ਮੀਨੀ ਰਸਤੇ ਆਉਣ ਵਾਲੇ ਮੁਸਾਫਰਾਂ ਵਾਸਤੇ ਲਾਜ਼ਮੀ ਹੈ ਕਿ ਉਹ ਕਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਪੇਸ਼ ਕਰਨ, ਜੋ 72 ਘੰਟੇ ਤੋਂ ਵੱਧ ਪੁਰਾਣੀ ਨਾ ਹੋਵੇ। ਪਰ ਸਿਰਫ PCR ਟੈਸਟ ਦੀ ਪ੍ਰਵਾਨ ਕੀਤਾ ਜਾਂਦਾ ਹੈ, ਜਦਕਿ ਅਮਰੀਕਾ ਵਿੱਚ ਰੈਪਿਡ ਐਂਟੀਜਨ ਟੈਸਟ ਵੀ ਮੰਨਿਆ ਜਾ ਰਿਹਾ ਹੈ, ਜਿਸ ਤੇ ਜ਼ਿਆਦਾ ਖਰਚਾ ਨਹੀਂ ਆਉਂਦਾ। ਵਿਦੇਸ਼ ਯਾਤਰਾ ਲਈ ਉਡਾਣ ਮਹਾਮਾਰੀ ਤੋਂ ਪਹਿਲਾਂ ਵਾਂਗ ਹੋਣ ਲਈ ਤੁਹਾਨੂੰ ਹੋਰ ਲੰਬਾ ਇੰਤਜ਼ਾਰ ਕਰਨਾ ਪਏਗਾ। ਭਾਰਤ ਸਰਕਾਰ ਨੇ ਕੌਮਾਂਤਰੀ ਯਾਤਰੀ ਉਡਾਣਾਂ ਤੇ ਪਾਬੰਦੀ 3 ਨਵੰਬਰ ਤੱਕ ਲਈ ਵਧਾ ਦਿੱਤੀ ਹੈ। DGCA ਨੇ ਸ਼ੁੱਕਰਵਾਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਕਿਹਾ ਕਿ ਭਾਰਤ ਤੋਂ ਸ਼ੈਡਿਊਲ ਕੌਮਾਂਤਰੀ ਵਪਾਰਕ ਯਾਤਰੀ ਉਡਾਣਾਂ ਤੇ ਪਾਬੰਦੀ 3 ਨਵੰਬਰ ਤੱਕ ਵਧਾ ਦਿੱਤੀ ਗਈ ਹੈ। ਮੌਜੂਦਾ ਸਮੇਂ ਸਿਰਫ ਵਿਸ਼ੇਸ਼ ਦੋਪੱਖੀ ਕਰਾਰ ਤਹਿਤ ਕੌਮਾਂਤਰੀ ਉਡਾਣਾਂ ਚੱਲ ਰਹੀਆਂ ਨੇ। ਹਾਲਾਂਕਿ ਕੌਮਾਂਤਰੀ ਉਡਾਣਾਂ ਨੂੰ ਕੁਝ ਖਾਸ ਕੇਸਾਂ ਵਿੱਚ ਚੁਣੇ ਹੋਏ ਰੂਟਾਂ ਤੇ ਯਾਤਰਾ ਕਰਨ ਦੀ ਆਗਿਆ ਵੀ ਦਿੱਤੀ ਜਾ ਸਕਦੀ ਹੈ। ਭਾਰਤ ਨੇ ਅਮਰੀਕਾ, UK, ਜਰਮਨੀ ਅਤੇ ਜਾਪਾਨ ਸਮੇਤ 25 ਤੋਂ ਵੱਧ ਦੇਸ਼ਾਂ ਨਾਲ ਉਡਾਣਾਂ ਲਈ ਵਿਸ਼ੇਸ਼ ਦੋਪੱਖੀ ਕਰਾਰ ਕੀਤਾ। ਇਹ ਉਡਾਣਾਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ।
ਅਰਬਪਤੀਆਂ ਤੇ ਜ਼ਿਆਦਾ ਟੈਕਸ ਲਗਾਉਣ ਦੀ ਯੋਜਨਾ ਤੇ ਡੈਮੋਕ੍ਰੇਟਸ ਨੇ ਬੁੱਧਵਾਰ ਨੂੰ ਸਾਰਾ ਦਿਨ ਵਿਚਾਰ ਵਟਾਂਦਰਾ ਕੀਤਾ। ਸਮਾਜਿਕ ਨੀਤੀ ਅਤੇ ਪੌਣ ਪਾਣੀ ਤਬਦੀਲੀ ਜਿਹੇ ਏਜੰਡੇ ਨਾਲ ਇਸ ਯੋਜਨਾ ਨੂੰ ਕਿਵੇਂ ਜੋੜਿਆ ਜਾਵੇ, ਇਸ ਤੇ ਵੀ ਕੋਈ ਸਹਿਮਤੀ ਨਹੀਂ ਬਣ ਸਕੀ। ਸੈਨੇਟ ਦੇ ਮੱਧ ਵਰਗੀ ਵੀ ਇਸ ਤੇ ਕੋਈ ਵਿਚਾਰ ਨਹੀਂ ਰੱਖ ਸਕੇ। ਬੈਠਕ ਦੌਰਾਨ ਪਾਰਟੀ ਦੇ ਮੈਂਬਰਾਂ ਦੇ ਵਿਚਾਲੇ ਇਸ ਗੱਲ ਤੇ ਬਹਿਸ ਹੁੰਦੀ ਰਹੀ ਕਿ ਇਸ ਯੋਜਨਾ ਵਿੱਚ ਕੀ ਤਜਵੀਜ਼ਾਂ ਜੋੜੀਆਂ ਜਾਣ ਅਤੇ ਟੈਕਸ ਕਿਸ ਆਧਾਰ ਤੇ ਲਾਇਆ ਜਾਵੇ। ਦੱਸ ਦਈਏ ਕਿ ਇਸ ਦੇ ਤਹਿਤ ਡੈਮੋਕ੍ਰੇਟਸ $1 ਲੱਖ ਕਰੋੜ ਜਟਾਉਣਾ ਚਾਹੁੰਦੇ ਨੇ। ਇਸ ਤੇ ਇੱਕ ਨੀਤੀ ਲਿਆਉਣ ਦੇ ਲਈ ਜਲਦ ਹੀ VOTING ਕੀਤੀ ਜਾ ਸਕਦੀ ਹੈ। ਪੱਛਮੀ ਵਰਜੀਨੀਆ ਤੇ ਸੈਨੇਟਰ ਜੋ ਮੈਨਸ਼ਨ ਨੇ ਇਸ ਯੋਜਨਾ ਤੇ ਇਤਰਾਜ਼ ਜਤਾਇਆ। ਉਹਨਾਂ ਨੇ ਸਵਾਲ ਚੁੱਕਿਆ ਕਿ ਅਰਬਪਤੀਆਂ ਦੇ ਸਟਾਕ, ਬਾਂਡ ਅਤੇ ਨਕਦੀ ਤੇ ਟੈਕਸ ਕਿਸ ਆਧਾਰ ਤੇ ਲਾਇਆ ਜਾਏਗਾ। ਸੂਤਰਾਂ ਨੇ ਦੱਸਿਆ ਕਿ ਰਾਸ਼ਟਰਪਤੀ ਜੋ ਬਾਈਡਨ ਨੇ ਇਸ ਮੁੱਦੇ ਤੇ ਡੈਮੋਕ੍ਰੇਟਸ ਨੂੰ ਮਿਲਣ ਦੇ ਲਈ ਵੀਰਵਾਰ ਨੂੰ ਆਪਣੀ ਯੂਰਪੀ ਯਾਤਰਾ ਦੇ ਸਮੇਂ ਵਿੱਚ ਬਦਲਾਅ ਕੀਤਾ ਹੈ। ਰਾਸ਼ਟਰਪਤੀ ਨੂੰ ਉਮੀਦ ਹੈ ਕਿ ਸਕਾਟਲੈਂਡ ਵਿੱਚ ਪੌਣ ਪਾਣੀ ਤਬਦੀਲੀ ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਹਨਾਂ ਕੋਲ ਪੌਣ ਪਾਣੀ ਤਬਦੀਲੀ ਦੀ ਰਣਨੀਤੀ ਹੋਵੇਗੀ। ਅਮਰੀਕਾ ਵੱਲੋਂ ਅਫਗਾਨਿਸਤਾਨ ਦੇ ਲੋਕਾਂ ਨੂੰ $144 ਮਿਲੀਅਨ ਦੀ ਸਹਾਇਤਾ ਪ੍ਰਦਾਨ ਕਰਨ ਦਾ ਐਲਾਨ ਕੀਤਾ ਗਿਆ, ਜੋ ਕਿ ਗੰਭੀਰ ਮਨੁੱਖੀ ਸੰਕਟ ਦਾ ਸਾਹਮਣਾ ਕਰ ਰਹੇ ਨੇ। ਅਮਰੀਕੀ ਅਧਿਕਾਰੀ ਟੋਨੀ ਬਲਿੰਕਨ ਨੇ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਹਾਇਤਾ ਸਿੱਧੇ ਤੌਰ ਤੇ ਇੰਡੀਪੈਂਡੈਂਟ, ਅੰਤਰਰਾਸ਼ਟਰੀ ਅਤੇ ਗੈਰ ਸਰਕਾਰੀ ਮਨੁੱਖੀ ਸੰਸਥਾਵਾਂ ਨੂੰ ਪ੍ਰਦਾਨ ਕੀਤੀ ਜਾਏਗੀ, ਜਿਸ ਵਿੱਚ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ, ਸੰਯੁਕਤ ਰਾਸ਼ਟਰ ਚਿਲਡਰਨ ਫੰਡ, ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਅਤੇ ਵਿਸ਼ਵ ਸਿਹਤ ਸੰਗਠਨ ਸ਼ਾਮਲ ਹਨ। ਇਹ ਫੰਡਿੰਗ ਗੁਆਂਢੀ ਦੇਸ਼ ਵੀ ਅਫਗਾਨ ਸ਼ਰਨਾਰਥੀਆਂ ਸਮੇਤ 18 ਮਿਲੀਅਨ ਤੋਂ ਵੱਧ ਕਮਜ਼ੋਰ ਅਫਗਾਨਾਂ ਚੋਂ ਕੁਝ ਨੂੰ ਸਿੱਧੇ ਤੌਰ ਤੇ ਸਹਾਇਤਾ ਪ੍ਰਦਾਨ ਕਰੇਗੀ। ਬਲਿੰਕਨ ਅਨੁਸਾਰ ਇਸ ਸਹਾਇਤਾ ਦੇ ਨਾਲ ਅਫਗਾਨਿਸਤਾਨ 'ਚ ਅਤੇ ਅਫਗਾਨ ਸ਼ਰਨਾਰਥੀਆਂ ਲਈ ਕੁੱਲ ਅਮਰੀਕੀ ਮਨੁੱਖੀ ਸਹਾਇਤਾ 2021 ਵਿੱਚ ਲਗਭਗ $474 ਮਿਲੀਅਨ ਤੱਕ ਹੋ ਗਈ ਹੈ, ਜੋ ਕਿ ਕਿਸੇ ਵੀ ਦੇਸ਼ ਤੋਂ ਸਹਾਇਤਾ ਦੀ ਸਭ ਤੋਂ ਵੱਡੀ ਰਕਮ ਹੈ ਅਤੇ ਇਹ ਮਨੁੱਖੀ ਸਹਾਇਤਾ ਅਫਗਾਨਿਸਤਾਨ ਦੇ ਲੋਕਾਂ ਨੂੰ ਲਾਭ ਪਹੁੰਚਾਏਗੀ। ਵਿਸ਼ਵ ਸਿਹਤ ਸੰਗਠਨ ਜਾਨੇ ਕਿ WHO ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ ਕਿ ਟੈਡਰੋਸ ਅਧਾਨੋਮ ਨੂੰ ਸੰਗਠਨ ਦੇ ਪ੍ਰਮੁੱਖ ਅਹੁਦੇ ਲਈ ਬਿਨਾਂ ਵਿਰੋਧ ਦੁਬਾਰਾ ਚੁਣਿਆ ਗਿਆ ਹੈ। ਉਹਨਾਂ ਦਾ ਦੂਸਰਾ ਕਾਰਜਕਾਲ 5 ਸਾਲ ਦਾ ਹੋਏਗਾ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਇਹ ਐਲਾਨ ਅਗਲੇ ਕਾਰਜਕਾਲ ਦੀ ਦਾਅਵੇਦਾਰੀ ਦੀ ਅੰਤਿਮ ਤਾਰੀਖ 23 ਸਤੰਬਰ ਨੂੰ ਖਤਮ ਹੋਣ ਤੋਂ ਬਾਅਦ ਕੀਤਾ ਹੈ। WHO ਦੇ ਅਗਲੇ ਡਾਇਰੈਕਟਰ ਜਨਰਲ ਦੀ ਰਸਮੀ ਘੋਸ਼ਣਾ ਮਈ ਵਿੱਚ ਸੰਗਠਨ ਦੀ ਹੋਣ ਵਾਲੀ ਜਨਰਲ ਅਸੈਂਬਲੀ ਦੀ ਮੀਟਿੰਗ ਵਿੱਚ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਘੇਬਰੇਸਮ ਇਥਿਓਪੀਆਈ ਨਾਗਰਿਕ ਹਨ ਅਤੇ WHO ਦੇ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲਣ ਵਾਲੇ ਪਹਿਲੇ ਅਫਰੀਕੀ ਹਨ। ਉਹਨਾਂ ਦੀ ਚੋਣ ਦੌਰਾਨ ਕੋਵਿਡ-19 ਨਾਲ ਨਜਿੱਠਣ ਲਈ ਸੰਗਠਨ ਦੀ ਗੁੰਝਲਦਾਰ ਪ੍ਰਕਿਰਿਆ ਰਹੀ। ਟੈਡਰੋਸ ਅਧਨੋਮ ਜੀਵ ਵਿਗਿਆਨ ਅਤੇ ਛੂਤ ਦੀਆਂ ਬਿਮਾਰੀਆਂ ਵਿੱਚ ਸਿਖਲਾਈ ਪ੍ਰਾਪਤ ਹਨ ਅਤੇ ਉਹਨਾਂ ਨੇ ਕਮਿਊਨਿਟੀ ਹੈਲਥ ਵਿੱਚ ਡਾਕਟਰੇਟ ਦੀ ਉਪਾਧੀ ਪ੍ਰਾਪਤ ਕੀਤੀ ਹੈ। ਉਹ ਪਹਿਲੇ WHO ਮੁਖੀ ਹਨ ਜਿਨ੍ਹਾਂ ਦਾ ਪਿਛੋਕੜ ਡਾਕਟਰੀ ਨਹੀਂ ਹੈ। ਇਥੋਪੀਆ ਦੇ ਸਾਬਕਾ ਸਿਹਤ ਅਤੇ ਵਿਦੇਸ਼ ਮੰਤਰੀ ਟੈਡਰੋਸ ਨੂੰ ਨਾਮਜ਼ਦਗੀ ਦੀ ਮਿਆਦ ਖਤਮ ਹੋਣ ਤੋਂ ਠੀਕ ਪਹਿਲਾਂ ਫਰਾਂਸ ਅਤੇ ਜਰਮਨੀ ਤੋਂ ਸਮਰਥਨ ਪ੍ਰਾਪਤ ਹੋਇਆ ਸੀ। ਦੋਵਾਂ ਦੇਸ਼ਾਂ ਨੇ ਉਹਨਾਂ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਸੀ। ਅਮਰੀਕਾ ਦੇ ਲਾਸ ਏਂਜਲਸ ਏਅਰਪੋਰਟ ਤੇ ਟਰਮੀਨਲ ਨੰਬਰ 1 ਤੇ ਇੱਕ ਸ਼ਖਸ ਦੇ ਕੋਲ ਬੰਦੂਕ ਰੱਖਣ ਦੀ ਜਾਣਕਾਰੀ ਤੋਂ ਬਾਅਦ ਭਾਜੜਾਂ ਪੈ ਗਈਆਂ। ਅਧਿਕਾਰੀਆਂ ਨੂੰ ਏਅਰਪੋਰਟ ਤੇ ਇੱਕ ਸ਼ਖਸ ਦੇ ਕੋਲ ਬੰਦੂਕ ਰੱਖਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਸਾਰੇ ਚੌਕਸ ਹੋ ਗਏ। ਹਾਲਾਂਕਿ ਏਅਰਪੋਰਟ ਪੁਲਿਸ ਨੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਰਾਹਤ ਦੀ ਗੱਲ ਇਹ ਰਹੀ ਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੋਲੀਬਾਰੀ ਨਹੀਂ ਹੋਈ। ਇੰਨਾ ਹੀ ਨਹੀਂ, ਇਸ ਸ਼ਖਸ ਦੇ ਕੋਲ ਕੋਈ ਹਥਿਆਰ ਵੀ ਬਰਾਮਦ ਨਹੀਂ ਕੀਤਾ ਗਿਆ। ਹਾਲਾਂਕਿ ਸਵੈ ਨਿਕਾਸੀ ਮੁਹਿੰਮ ਦੌਰਾਨ 2 ਲੋਕਾਂ ਨੂੰ ਮਾਮੂਲੀ ਸੱਟਾਂ ਆਈਆਂ ਹਨ। ਏਅਰਪੋਰਟ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਦੌਰਾਨ ਕਾਫੀ ਗਿਣਤੀ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਂ ਤੇ ਵੀ ਪਹੁੰਚਾਇਆ ਗਿਆ ਹੈ। ਰਿਪੋਰਟ ਮੁਤਾਬਕ ਘਟਨਾ ਰਾਤ 7:30 ਵਜੇ ਦੀ ਹੈ। ਇਸ ਦੌਰਾਨ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਵੈ ਨਿਕਾਸੀ ਮੁਹਿੰਮ ਦੌਰਾਨ ਘੱਟ ਤੋਂ ਘੱਟ 300 ਯਾਤਰੀਆਂ ਨੂੰ ਕੱਢਿਆ ਗਿਆ। ਮਾਮਲੇ ਦੀ ਅੱਗੇ ਦੀ ਜਾਂਚ ਦੇ ਲਈ ਏਅਰਪੋਰਟ ਪੁਲਿਸ ਨੇ ਇੱਕ ਸ਼ਖਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਕੈਲੀਫੋਰਨੀਆ ਦੇ ਸ਼ਹਿਰ ਫ੍ਰਿਜ਼ਨੋ ਵਿੱਚ ਕੋਵਿਡ ਨਾਲ ਪੀੜਤ ਮਰੀਜ਼ਾਂ ਦੀ ਹਸਪਤਾਲ ਵਿੱਚ ਗਿਣਤੀ 'ਚ ਵਾਧਾ ਹੋ ਰਿਹਾ। ਪੂਰੇ ਕੈਲੀਫੋਰਨੀਆ ਵਿੱਚ ਕੋਵਿਡ ਨਾਲ ਸੰਬੰਧਿਤ ਹਸਪਤਾਲਾਂ 'ਚ ਭਰਤੀ ਹੋਣ ਦੀ ਗਿਣਤੀ ਲਈ ਫ੍ਰਿਜ਼ਨੋ ਦੂਜੇ ਨੰਬਰ ਤੇ ਹੈ। ਸੈਂਟਰਲ ਵੈਲੀ ਦੇ ਹਸਪਤਾਲ ਬਾਕੀ ਕੈਲੀਫੋਰਨੀਆ ਦੇ ਮੁਕਾਬਲੇ ਕੋਵਿਡ-19 ਮਰੀਜ਼ਾਂ ਦੁਆਰਾ ਪ੍ਰਭਾਵਿਤ ਹੁੰਦੇ ਰਹਿੰਦੇ ਹਨ। ਕੈਲੀਫੋਰਨੀਆ ਦੇ ਅੰਕੜਿਆਂ ਅਨੁਸਾਰ ਫ੍ਰਿਜ਼ਨੋ 300 ਤੋਂ ਵੱਧ ਹਸਪਤਾਲ ਮਰੀਜ਼ਾਂ ਦੇ ਨਾਲ ਦੂਜੇ ਨੰਬਰ ਤੇ ਹੈ, ਜਦਕਿ ਲਾਸ ਏਂਜਲਸ ਕਾਉਂਟੀ 630 ਤੋਂ ਵੱਧ ਮਰੀਜ਼ਾਂ ਦੇ ਨਾਲ ਪਹਿਲੇ ਸਥਾਨ ਤੇ ਹੈ।
ਉੱਤਰੀ ਅਤੇ ਕੇਂਦਰੀ ਕੈਲੀਫੋਰਨੀਆ ਹਸਪਤਾਲ ਕੌਂਸਲ ਦੇ ਵਾਈਸ ਪ੍ਰੈਜ਼ੀਡੈਂਟ ਡੇਵਿਡ ਬੈਕੀ ਅਨੁਸਾਰ ਪ੍ਰਤੀ ਵਿਅਕਤੀ ਆਧਾਰ ਤੇ ਸੈਂਟਰਲ ਵੈਲੀ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ। ਬੈਕੀ ਅਨੁਸਾਰ ਕਾਵੇ ਹੈਲਥ ਅਤੇ ਕਮਿਊਨਿਟੀ ਮੈਡੀਕਲ ਸੈਂਟਰ ਕੈਲੀਫੋਰਨੀਆ ਦੇ ਸਾਰੇ ਹਸਪਤਾਲਾਂ 'ਚੋਂ ਸਭ ਤੋਂ ਵੱਧ ਕੋਵਿਡ ਨਾਲ ਪੀੜਤ ਮਰੀਜ਼ਾਂ ਦਾ ਇਲਾਜ ਕਰ ਰਹੇ ਨੇ। ਕਾਵੇ ਹੈਲਥ ਦੇ ਆਨਲਾਈਨ ਡੈਸ਼ਬੋਰਡ ਦੇ ਅਨੁਸਾਰ ਹਸਪਤਾਲ ਵਿੱਚ 120 ਕੋਵਿਡ-19 ਨਾਲ ਦੇ ਮਰੀਜ਼ ਹਨ, ਜਦਕਿ CMC ਦਾ ਡੈਸ਼ਬੋਰਡ 180 ਕੋਵਿਡ-19 ਪੋਜ਼ਿਟਿਵ ਮਰੀਜ਼ ਦਿਖਾਉਂਦਾ ਹੈ। ਇਸ ਤੋਂ ਇਲਾਵਾ ਤਕਰੀਬਨ 9 ਲੱਖ ਦੀ ਆਬਾਦੀ ਵਾਲੀ ਸਾਨ ਫਰਾਂਸਿਸਕੋ ਕਾਉਂਟੀ ਵਿੱਚ ਲਗਭਗ 50 ਕੋਵਿਡ-19 ਨਾਲ ਸੰਬੰਧਿਤ ਮਰੀਜ਼ ਹਸਪਤਾਲਾਂ 'ਚ ਦਾਖਲ ਹਨ। ਅਮਰੀਕਾ ਨੇ ਲੱਖਾਂ ਬੱਚਿਆਂ ਦੇ ਕੋਵਿਡ-19 ਟੀਕਾਕਰਨ ਵਿੱਚ ਅਹਿਮ ਕਦਮ ਚੁੱਕਿਆ ਹੈ। ਹੁਣ ਇੱਥੇ 5 ਤੋਂ 11 ਸਾਲ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਫਾਈਜ਼ਰ ਦੀ ਖੁਰਾਕ ਦਿੱਤੀ ਜਾਵੇਗੀ। ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਸ਼ੁੱਕਰਵਾਰ ਨੂੰ 5 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਫਾਈਜ਼ਰ ਅਤੇ ਬਾਇਓਨਟੈਕ ਕੋਰੋਨਾ ਵਾਇਰਸ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਫਾਈਜ਼ਰ ਅਮਰੀਕਾ ਵਿੱਚ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਪਹਿਲੀ ਵੈਕਸੀਨ ਬਣ ਗਈ ਹੈ। ਹਾਲਾਂਕਿ ਇਸ ਉਮਰ ਵਰਗ ਲਈ ਇਸ ਵੈਕਸੀਨ ਦੀ ਖੁਰਾਕ ਦਾ ਸਟਾਕ ਫਿਲਹਾਲ ਉਪਲਬਧ ਨਹੀਂ ਹੈ। ਇਸ ਦੇ ਨਾਲ ਹੀ ਬਿਮਾਰੀ ਨਿਯੰਤਰਣ ਅਤੇ ਰੋਕਥਾਮ ਲਈ US ਕੇਂਦਰ ਨੂੰ ਅਜੇ ਵੀ ਇਸ ਬਾਰੇ ਨਿਰਦੇਸ਼ਾਂ ਦੀ ਜ਼ਰੂਰਤ ਹੈ ਕਿ ਵੈਕਸੀਨ ਦੀ ਖੁਰਾਕ ਕਿਵੇਂ ਦਿੱਤੀ ਜਾਣੀ ਚਾਹੀਦੀ ਹੈ। ਫਾਈਜ਼ਰ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਫਾਰਮੇਸੀਆਂ ਅਤੇ ਬੱਚਿਆਂ ਦੇ ਡਾਕਟਰਾਂ ਨੂੰ ਬੱਚਿਆਂ ਲਈ ਫਾਈਜ਼ਰ ਵੈਕਸੀਨ ਦੀ ਖੇਪ ਸਪਲਾਈ ਕਰੇਗੀ। ਫੈਡਰਲ ਹੈਲਥ ਰੈਗੂਲੇਟਰਾਂ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਫਾਈਜ਼ਰ ਵੈਕਸੀਨ ਦੀ ਵਿਸ਼ੇਸ਼ ਤੌਰ ਤੇ ਤਿਆਰ ਕੀਤੀ ਗਈ ਖੁਰਾਕ ਪ੍ਰਾਇਮਰੀ ਸਕੂਲੀ ਬੱਚਿਆਂ ਵਿੱਚ ਲੱਛਣ ਇਨਫੈਕਸ਼ਨ ਨੂੰ ਰੋਕਣ ਲਈ ਬਹੁਤ ਪ੍ਰਭਾਵਸ਼ਾਲੀ ਪਾਈ ਗਈ ਹੈ ਅਤੇ ਕੋਈ ਅਚਾਨਕ ਸੁਰੱਖਿਆ ਸਮੱਸਿਆਵਾਂ ਪੈਦਾ ਨਹੀਂ ਕਰਦੀ ਹੈ। ਰੈਗੂਲੇਟਰ ਨੇ ਇਹ ਗੱਲ ਅਮਰੀਕਾ 'ਚ ਬੱਚਿਆਂ ਦਾ ਟੀਕਾਕਰਨ ਸ਼ੁਰੂ ਕਰਨ ਤੇ ਵਿਚਾਰ ਦੌਰਾਨ ਕਹੀ। FDA ਨੇ ਅਗਲੇ ਹਫ਼ਤੇ ਇੱਕ ਜਨਤਕ ਮੀਟਿੰਗ ਵਿੱਚ ਫਾਈਜ਼ਰ ਵੈਕਸੀਨ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਨਾਲ ਸੰਬੰਧਿਤ ਜਾਣਕਾਰੀ ਇਸ ਗੱਲ ਤੇ ਚਰਚਾ ਕਰਨ ਲਈ ਦਿੱਤੀ ਕਿ ਦੇਸ਼ ਵਿੱਚ 5 ਤੋਂ 11 ਸਾਲ ਦੀ ਉਮਰ ਦੇ ਲਗਭਗ 28 ਮਿਲੀਅਨ ਬੱਚਿਆਂ ਲਈ ਵੈਕਸੀਨ ਦੀ ਖੁਰਾਕ ਤਿਆਰ ਹੈ। ਭਾਰਤ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਸਿੰਗਾਪੁਰ ਦੇ ਵਿੱਤੀ ਮੰਤਰੀ ਲਾਰੈਂਸ ਵੋਂਗ, ਕੈਨੇਡੀਅਨ ਵਿੱਤ ਮੰਤਰੀ ਫ੍ਰੀਲੈਂਡ ਅਤੇ ਬ੍ਰਿਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨਾਲ ਆਰਥਿਕ ਸਿਹਤ ਅਤੇ ਸਹਿਯੋਗ ਵਧਾਉਣ ਸਮੇਤ ਵੱਖ-ਵੱਖ ਮੁੱਦਿਆਂ ਤੇ ਚਰਚਾ ਕੀਤੀ। ਸੀਤਾਰਮਨ 30-31 ਅਕਤੂਬਰ ਨੂੰ G20 ਨੇਤਾਵਾਂ ਦੇ ਸਿਖਰ ਸੰਮੇਲਨ ਤੋਂ ਪਹਿਲਾਂ G20 ਦੇ ਵਿੱਤ ਅਤੇ ਸਿਹਤ ਮੰਤਰੀਆਂ ਦੀ ਬੈਠਕ ਵਿੱਚ ਭਾਗ ਲੈਣ ਲਈ ਰੋਮ ਪਹੁੰਚੇ ਹਨ। ਵਿੱਤ ਮੰਤਰਾਲਾ ਨੇ ਟਵੀਟ ਕੀਤਾ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ G20 ਰੋਮ ਸਿਖਰ ਸੰਮੇਲਨ ਤੋਂ ਪਹਿਲਾਂ ਰੋਮ ਵਿੱਚ G20 ਵਿੱਤ ਅਤੇ ਸਿਹਤ ਮੰਤਰੀਆਂ ਦੀ ਬੈਠਕ ਦੇ ਮੌਕੇ ਤੇ ਸਿੰਗਾਪੁਰ ਦੇ ਵਿੱਤ ਮੰਤਰੀ ਲਾਰੈਂਸ ਵੋਂਗ ਨਾਲ ਮੁਲਾਕਾਤ ਕੀਤੀ। ਭਾਰਤ ਸਿੰਗਾਪੁਰ ਵਿਚਾਲੇ ਮਜ਼ਬੂਤ ਸੰਬੰਧਾਂ ਨੂੰ ਦੇਖਦੇ ਹੋਏ ਦੋਵਾਂ ਮੰਤਰੀਆਂ ਨੇ ਹੋਰ ਸਹਿਯੋਗ ਦੇ ਮੌਕਿਆਂ ਤੇ ਚਰਚਾ ਕੀਤੀ। ਇਸ ਤੋਂ ਇਲਾਵਾ ਵਿੱਤ ਮੰਤਰੀ ਸੀਤਾਰਮਨ ਨੇ ਕੈਨੇਡੀਅਨ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨਾਲ ਆਰਥਿਕ ਅਤੇ ਸਿਹਤ ਸਹਿਯੋਗ ਦੇ ਮੁੱਦਿਆਂ ਤੇ ਗੱਲਬਾਤ ਕੀਤੀ। ਮੰਤਰਾਲਾ ਨੇ ਕਿਹਾ ਕਿ ਸੀਤਾਰਮਨ ਨੇ ਬ੍ਰਾਜ਼ੀਲ ਦੇ ਵਿੱਤ ਮੰਤਰੀ ਪਾਉਲੋ ਗੇਡੇਸ ਨਾਲ ਵੀ ਵੱਖ-ਵੱਖ ਮੁੱਦਿਆਂ ਤੇ ਚਰਚਾ ਕਰਨ ਤੋਂ ਇਲਾਵਾ ਗਲੋਬਲ ਫੰਡ ਦੇ ਕਾਰਜਕਾਰੀ ਨਿਰਦੇਸ਼ਕ ਪੀਟਰ ਸੈਂਡਸ ਨਾਲ ਵੀ ਮੁਲਾਕਾਤ ਕੀਤੀ ਅਤੇ ਏਡਜ਼, ਤਪਦਿਕ ਅਤੇ ਮਲੇਰੀਆ ਨਾਲ ਲੜਨ ਵਿੱਚ ਗਲੋਬਲ ਫੰਡ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ। ਸੀਤਾਰਮਨ ਨੇ ਨੀਦਰਲੈਂਡ ਦੀ ਮਹਾਰਾਣੀ ਮੈਕਸਿਮਾ ਨਾਲ ਵੀ ਮੁਲਾਕਾਤ ਕੀਤੀ, ਜਿਨ੍ਹਾਂ ਨੇ ਗਰੀਬਾਂ ਲਈ ਵਿੱਤੀ ਸਹਾਇਤਾ ਨੂੰ ਤਰਜੀਹ ਦੇਣ ਲਈ ਭਾਰਤ ਦੇ ਯਤਨਾਂ ਦੀ ਸ਼ਲਾਘਾ ਕੀਤੀ। ਸੀਤਾਰਮਨ ਨੇ ਮਹਾਮਾਰੀ ਦੀ ਰੋਕਥਾਮ, ਤਿਆਰੀ ਅਤੇ ਪ੍ਰਤੀਕਿਰਿਆ ਵਿੱਚ ਲੰਬੇ ਸਮੇਂ ਦੀਆਂ ਚੁਣੌਤੀਆਂ ਅਤੇ ਵਿਸ਼ਵ ਸਿਹਤ ਵਿੱਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਤੇ ਚਰਚਾ ਲਈ ਆਯੋਜਿਤ G20 ਮੰਤਰੀ ਪੱਧਰ ਦੀ ਮੀਟਿੰਗ ਵਿੱਚ ਹਿੱਸਾ ਲਿਆ। ਇਹ ਧਿਆਨ ਦੇਣ ਯੋਗ ਹੈ ਕਿ G20 ਇੱਕ ਪ੍ਰਮੁੱਖ ਅੰਤਰਰਾਸ਼ਟਰੀ ਸਮੂਹ ਹੈ ਜੋ ਵਿਸ਼ਵ ਦੀਆਂ 19 ਪ੍ਰਮੁੱਖ ਅਰਥ ਵਿਵਸਥਾਵਾਂ ਅਤੇ ਯੂਰੋਪੀਅਨ ਯੂਨੀਅਨ ਨੂੰ ਇੱਕ ਮੰਚ ਤੇ ਲਿਆਉਂਦਾ ਹੈ। ਇਸ ਦੇ ਮੈਂਬਰ ਦੇਸ਼ਾਂ ਦਾ ਗਲੋਬਲ GDP ਵਿੱਚ 80% ਤੋਂ ਵੱਧ ਅਤੇ ਵਿਸ਼ਵ ਵਪਾਰ ਵਿੱਚ 75% ਯੋਗਦਾਨ ਹਨ। ਦੁਨੀਆ ਦੀ 60% ਦੀ ਆਬਾਦੀ ਇਹਨਾਂ ਦੇਸ਼ਾਂ ਵਿੱਚ ਰਹਿੰਦੀ ਹੈ। ਬ੍ਰਿਟੇਨ ਦੇ ਵਾਤਾਵਰਣ ਮੰਤਰੀ ਨੇ ਕਿਹਾ ਕਿ ਜੇਕਰ ਫਰਾਂਸ ਆਪਣੇ ਬੰਦਰਗਾਹਾਂ ਤੇ ਬ੍ਰਿਟੇਨ ਦੇ ਜਹਾਜ਼ਾਂ ਨੂੰ ਰੋਕਣ ਦੀ ਧਮਕੀ ਤੇ ਅਮਲ ਕਰਦਾ ਹੈ ਤਾਂ ਉਸ ਦੇ ਵਿਰੁੱਧ ਜਵਾਬੀ ਕਾਰਵਾਈ ਕੀਤੀ ਜਾਏਗੀ। ਫਰਾਂਸ ਦੇ ਅਧਿਕਾਰੀਆਂ ਵੱਲੋਂ ਬ੍ਰਿਟੇਨ ਦੀਆਂ ਮੱਛੀ ਫੜਨ ਵਾਲੀਆਂ 2 ਕਿਸ਼ਤੀਆਂ ਤੇ ਜੁਰਮਾਨਾ ਲਾਏ ਜਾਣ ਅਤੇ ਇੱਕ ਕਿਸ਼ਤੀ ਨੂੰ ਵੀਰਵਾਰ ਨੂੰ ਰਾਤ ਭਰ ਬੰਦਰਗਾਹ ਤੇ ਖੜਾ ਰੱਖਣ ਤੋਂ ਬਾਅਦ ਬ੍ਰਿਟੇਨ ਨੇ ਫਰਾਂਸ ਦੇ ਰਾਜਦੂਤ ਨੂੰ ਤਲਬ ਕੀਤਾ। ਦਰਅਸਲ ਬ੍ਰਿਟੇਨ ਦੇ ਯੂਰੋਪੀਅਨ ਯੂਨੀਅਨ ਤੋਂ ਵੱਖ ਹੋਣ ਤੋਂ ਬਾਅਦ ਲੰਡਨ ਅਤੇ ਪੈਰਿਸ ਦਰਮਿਆਨ
ਸੰਬੰਧ ਖਰਾਬ ਹੋਏ ਹਨ। ਫਰਾਂਸ ਨੇ ਧਮਕੀ ਦਿੱਤੀ ਹੈ ਕਿ ਜੇਕਰ ਬ੍ਰਿਟੇਨ ਦੇ ਜਲ ਖੇਤਰ ਵਿੱਚ ਫਰਾਂਸ ਦੀਆਂ ਕਿਸ਼ਤੀਆਂ ਨੂੰ ਰੋਕੇਗਾ ਅਤੇ ਉਸ ਦੇ ਜਹਾਜ਼ਾਂ ਦੀ ਜਾਂਚ ਹੋਰ ਸਖਤ ਕਰੇਗਾ। ਵਾਤਾਵਰਣ ਮੰਤਰੀ ਜਾਰਜ ਜੁਟਾਇਸ ਨੇ ਇੱਕ ਨਿਊਜ਼ ਚੈਨਲ ਨੂੰ ਕਿਹਾ ਕਿ ਅਸੀਂ ਦੇਖਾਂਗੇ ਕਿ ਉਹ ਕੀ ਕਰਦੇ ਨੇ, ਪਰ ਜੇਕਰ ਉਹ ਇਸ ਤੇ ਅਮਲ ਕਰਦੇ ਹਨ ਤਾਂ ਦੋਵੇਂ ਬਰਾਬਰ ਵਿਵਹਾਰ ਕਰਨਗੇ ਅਤੇ ਸਾਡੇ ਤੋਂ ਉਸ ਤਰੀਕੇ ਨਾਲ ਪ੍ਰਤੀਕਿਰਿਆ ਦੇਣ ਦੀ ਸਮਰੱਥਾ ਹੈ। ਬ੍ਰਿਟੇਨ ਸਰਕਾਰ ਨੇ ਕਿਹਾ ਕਿ ਫਰਾਂਸ ਦੀ ਰਾਜਦੂਤ ਕੈਥਰੀਨ ਕੋਲੋਨਾ ਨੂੰ ਸ਼ੁੱਕਰਵਾਰ ਨੂੰ ਵਿਦੇਸ਼ ਦਫ਼ਤਰ ਵਿੱਚ ਤਲਬ ਕੀਤਾ ਜਾਵੇਗਾ। ਟਿੱਕਰੀ ਬਾਰਡਰ ਦੀ ਹੱਦ ਤੋਂ ਰਾਹ ਖੋਲ੍ਹਣ ਤੋਂ ਪਹਿਲਾਂ ਸਰਕਾਰੀ ਧਿਰ ਨੇ ਸ਼ੁੱਕਰਵਾਰ ਕਿਸਾਨ ਆਗੂਆਂ ਨਾਲ ਬੈਠਕ ਕੀਤੀ, ਪਰ ਬੇਨਤੀਜਾ ਰਹੀ। ਕੋਈ ਵੀ ਫੈਸਲਾ ਨਹੀਂ ਹੋ ਸਕਿਆ। ਇਸ ਤਰ੍ਹਾਂ ਇੱਥੋਂ ਰਾਹ ਖੁੱਲ੍ਹਣ ਦੀ ਸੰਭਾਵਨਾ ਨਹੀਂ ਹੈ। ਇਸ ਸੰਬੰਧੀ 6 ਨਵੰਬਰ ਨੂੰ ਸਿੰਘੂ ਦੀ ਹੱਦ ਤੇ ਸੰਯੁਕਤ ਕਿਸਾਨ ਮੋਰਚਾ ਦੀ ਹੋਣ ਵਾਲੀ ਬੈਠਕ ਵਿੱਚ ਕਿਸਾਨ ਆਗੂ ਵਿਚਾਰ ਵਟਾਂਦਰਾ ਕਰਨਗੇ। ਸਰਕਾਰੀ ਪੱਖ ਕਿਸਾਨਾਂ ਕੋਲ ਪੱਕਾ ਭਰੋਸਾ ਚਾਹੁੰਦਾ ਸੀ ਕਿ ਰਸਤਾ ਖੋਲ ਦਿੱਤਾ ਜਾਏ ਤਾਂ ਜੋ ਦਿੱਲੀ ਵਿੱਚ ਜਬਰੀ ਦਾਖਲ ਹੋਣ ਵਰਗੀ ਕੋਈ ਗੱਲ ਨਾ ਹੋਵੇ। ਕਿਸਾਨ ਆਗੂਆਂ ਨੂੰ ਦੱਸਿਆ ਗਿਆ ਕਿ ਹੱਦ ਦੇ ਬੰਦ ਹੋਣ ਕਾਰਨ ਲੱਖਾਂ ਲੋਕਾਂ ਨੂੰ ਭਾਰੀ ਪਰੇਸ਼ਾਨੀ ਹੋ ਰਹੀ ਹੈ ਅਤੇ ਉਦਯੋਗਾਂ ਦਾ ਹੁਣ ਤੱਕ 20,000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਚੁੱਕਾ ਹੈ। ਇਸ ਲਈ ਸ਼ਾਂਤਮਈ ਢੰਗ ਨਾਲ ਰਸਤਾ ਖੋਲ੍ਹਣਾ ਜ਼ਰੂਰੀ ਹੈ, ਪਰ ਕਿਸਾਨ ਆਗੂ ਸਿਰਫ 5 ਫੁੱਟ ਦਾ ਰਾਹ ਦੇਣ ਲਈ ਤਿਆਰ ਹੋਏ। ਉਹਨਾਂ ਨੇ ਕਿਹਾ ਕਿ ਸਵੇਰੇ 10 ਵਜੇ ਤੋਂ 2 ਵੀਲਰਾਂ, ਛੋਟੇ ਆਟੋ ਰਿਕਸ਼ਾ ਤੇ ਐਂਬੂਲੈਂਸਾਂ ਨੂੰ ਹੀ ਰਾਹ ਦੇ ਸਕਦੇ ਨੇ। ਕਿਸਾਨਾਂ ਨੇ ਕਿਹਾ ਕਿ ਕਮਰਸ਼ੀਅਲ ਮੋਟਰ ਗੱਡੀਆਂ ਦੇ ਆਉਣ ਜਾਣ ਨਾਲ ਵੀਰਵਾਰ ਵਰਗਾ ਹਾਦਸਾ ਵਾਪਰਨ ਦਾ ਡਰ ਰਹੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਉਸ ਬੈਠਕ ਵਿੱਚ ਹੋਈ ਗੱਲਬਾਤ ਦਾ ਵੇਰਵਾ 6 ਨਵੰਬਰ ਨੂੰ ਸਿੰਘੂ ਦੀ ਹੱਦ ਤੇ ਹੋਣ ਵਾਲੀ ਸਾਂਝੇ ਕਿਸਾਨ ਮੋਰਚਾ ਦੀ ਬੈਠਕ ਵਿੱਚ ਰੱਖਣਗੇ। ਅਮਰੀਕੀ ਸਟੇਟ ਓਕਲਾਹੋਮਾ ਨੇ ਵੀਰਵਾਰ ਨੂੰ ਫਾਂਸੀ ਤੇ ਲੱਗੀ 6 ਸਾਲਾਂ ਦੀ ਰੋਕ ਨੂੰ ਖਤਮ ਕਰਕੇ ਇੱਕ ਕੈਦੀ ਨੂੰ ਜ਼ਹਿਰੀਲਾ ਟੀਕਾ ਲਗਾ ਕੇ ਮੌਤ ਦੀ ਸਜ਼ਾ ਦਿੱਤੀ ਹੈ। ਇਸ ਕੈਦੀ ਜੌਹਨ ਮੈਰੀਅਨ ਗ੍ਰਾਂਟ ਦੀ ਮੌਤ ਜ਼ਹਿਰੀਲਾ ਟੀਕਾ ਲੱਗਣ ਤੋਂ ਬਾਅਦ ਹੋ ਗਈ। ਗ੍ਰਾਂਟ ਨੂੰ 13 ਨਵੰਬਰ 1998 ਨੂੰ ਜੀਲ ਗਾਰਡ ਗੇ ਕਾਰਟਰ ਦੀ ਹੱਤਿਆ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ। ਉਸ ਵੇਲੇ ਗ੍ਰਾਂਟ ਡਕੈਤੀ ਅਤੇ ਗੈਰ ਕਾਨੂੰਨੀ ਹਥਿਆਰਾਂ ਦੇ ਦੋਸ਼ਾਂ ਲਈ ਸਜ਼ਾ ਭੁਗਤ ਰਹੇ ਸੀ। ਰਿਪੋਰਟਾਂ ਅਨੁਸਾਰ ਗ੍ਰਾਂਟ ਨੇ ਟੀਕੇ ਲਗਾਏ ਜਾਣ ਤੋਂ ਤੁਰੰਤ ਬਾਅਦ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਦਕਿ ਗ੍ਰਾਂਟ ਨੇ ਕਈ ਮਿੰਟਾਂ ਤੱਕ ਸਾਹ ਲੈਣਾ ਜਾਰੀ ਰੱਖਿਆ। ਸ਼ਾਮ 4:15 ਤੇ ਟੀਮ ਦੁਆਰਾ ਉਸ ਨੂੰ ਬੇਹੋਸ਼ ਘੋਸ਼ਿਤ ਕੀਤਾ ਗਿਆ ਅਤੇ ਸੁਧਾਰ ਵਿਭਾਗ ਨੇ 4:21 ਦੇ ਕਰੀਬ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ। ਅਟਾਰਨੀ ਸਾਰਾ ਜੇਰੀਨਿੰਗਨ ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਦੱਸਿਆ ਕਿ ਜਾਨ ਗ੍ਰਾਂਟ ਨੇ ਗੇ ਕਾਰਟਰ ਦੇ ਕਤਲ ਦੀ ਪੂਰੀ ਜ਼ਿੰਮੇਵਾਰੀ ਲਈ ਹੈ, ਪਰ ਗ੍ਰਾਂਟ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਅਪਰਾਧ ਅਤੇ ਗ੍ਰਾਂਟ ਦੇ ਪਰੇਸ਼ਾਨ ਬਚਪਨ ਬਾਰੇ ਮੁੱਖ ਤੱਥ ਕਦੇ ਵੀ ਜਿਊਰੀ ਨੂੰ ਪੇਸ਼ ਨਹੀਂ ਕੀਤੇ ਗਏ ਸਨ। ਸਟੇਟ ਦੇ ਮਾਫੀ ਅਤੇ ਪੈਰੋਲ ਬੋਰਡ ਨੇ 2 ਵਾਰ ਮਾਫੀ ਲਈ ਗ੍ਰਾਂਟ ਦੀ ਬੇਨਤੀ ਨੂੰ ਅਸਵੀਕਾਰ ਕੀਤਾ, ਜਿਸ ਵਿੱਚ ਇਸ ਮਹੀਨੇ ਇੱਕ 3-2 ਵੋਟ ਸ਼ਾਮਲ ਹੈ, ਜਿਸ ਵਿੱਚ ਉਸ ਦੀ ਜਾਨ ਬਚਾਈ ਜਾਣ ਦੀ ਸਿਫਾਰਿਸ਼ ਨੂੰ ਰੱਦ ਕੀਤਾ ਗਿਆ ਸੀ। ਅਮਰੀਕਾ ਦੇ ਅਰਕਾਨਸਾਸ ਵਿੱਚ ਅਧਿਕਾਰੀਆਂ ਨੇ ਡੂੰਘੇ ਪਾਣੀ ਵਿੱਚੋਂ ਇੱਕ ਕਾਰ ਬਰਾਮਦ ਕੀਤੀ। ਇਹ ਇੱਕ ਔਰਤ ਦੇ ਵਰਣਨ ਨਾਲ ਮੇਲ ਖਾਂਦੀ ਹੈ ਜੋ 20 ਸਾਲ ਪਹਿਲਾਂ ਆਪਣੀ ਧੀ ਨਾਲ ਕਾਰ ਸਮੇਤ ਲਾਪਤਾ ਹੋ ਗਈ ਸੀ। ਇਸ ਮਾਮਲੇ ਬਾਰੇ ਪੋਪ ਕਾਉਂਟੀ ਸ਼ੈਰਿਫ ਦੇ ਦਫ਼ਤਰ ਅਨੁਸਾਰ ਇਹ ਕਾਰ ਮੰਗਲਵਾਰ ਨੂੰ ਕਰੀਬ 8 ਫੁੱਟ ਪਾਣੀ ਵਿੱਚੋਂ ਬਾਹਰ ਕੱਢੀ ਗਈ। ਅਧਿਕਾਰੀਆਂ ਅਨੁਸਾਰ ਜਾਂਚਕਰਤਾਵਾਂ ਨੂੰ ਕਾਰ ਦੇ ਅੰਦਰ ਮਨੁੱਖੀ ਅਵਸ਼ੇਸ਼ ਵੀ ਮਿਲੇ। ਪੁਲਿਸ ਦੇ ਅਨੁਸਾਰ ਵਾਹਨ ਦਾ ਵੇਰਵਾ ਸਮੰਥਾ ਜੀਨ ਹੋਪਰ ਦੀ ਕਾਰ ਨਾਲ ਮੇਲ ਖਾਂਦਾ ਹੈ, ਜੋ ਕਿ 11 ਸਤੰਬਰ 1998 ਨੂੰ ਉਸ ਦੀ ਧੀ ਕਾਟਨੀ ਸਮੇਤ ਲਾਪਤਾ ਹੋ ਗਈ ਸੀ। ਹੌਪਰ ਲਈ ਬਣਾਏ ਗਏ ਮੈਮੋਰੀਅਲ ਫੰਡ ਦੇ ਅਨੁਸਾਰ ਲਾਪਤਾ ਹੋਣ ਵੇਲੇ ਉਹ 9 ਮਹੀਨਿਆਂ ਦੀ ਗਰਭਵਤੀ ਸੀ ਅਤੇ ਉਸ ਦੀ ਧੀ 22 ਮਹੀਨਿਆਂ ਦੀ ਸੀ। ਪੁਲਿਸ ਅਨੁਸਾਰ ਉਸ ਵੇਲੇ ਸਮੰਥਾ ਆਪਣੀ ਧੀ ਕਾਟਨੀ ਹੋਟਲ ਨਾਲ ਯਾਤਰਾ ਕਰ ਰਹੀ ਸੀ ਤੇ ਉਸ ਤੋਂ ਬਾਅਦ ਸਮੰਥਾ, ਉਸ ਦੀ ਧੀ ਅਤੇ ਨੀਲੀ ਫੋਰਡ ਕਾਰ ਕਦੇ ਵੀ ਬਰਾਮਦ ਨਹੀਂ ਹੋਏ। ਅਧਿਕਾਰੀਆਂ ਅਨੁਸਾਰ ਇਸ ਵਾਹਨ ਨੂੰ ਐਡਵੈਂਚਰ ਵਿਦ ਪਰਪਸ ਨਾਮ ਇੱਕ ਸਮੂਹ ਦੁਆਰਾ ਲੱਭਿਆ ਗਿਆ। ਇਸ ਮਾਮਲੇ ਦੀ ਅਗਲੀ ਕਾਰਵਾਈ ਵਿੱਚ ਕਾਰ ਵਿੱਚੋਂ ਮਿਲੇ ਅਵਸ਼ੇਸ਼ਾਂ ਨੂੰ ਪਛਾਣ ਲਈ ਅਰਕਾਨਸਾਸ ਸਟੇਟ ਕ੍ਰਾਈਮ ਲੈਬ ਵਿੱਚ ਭੇਜਿਆ ਜਾਵੇਗਾ। ਨਿਊ ਜਰਸੀ ਸੂਬੇ ਦੇ ਪਲੇਨਸਬੋਰੋ ਨਾਂ ਦੇ ਟਾਊਨ ਵਿੱਚ ਰਹਿੰਦੇ ਇੱਕ ਤੇਲਗੂ ਮੂਲ ਦੇ ਭਾਰਤੀ ਦਾ ਕਥਿਤ ਤੌਰ ਤੇ ਘਰ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੈਂਸਿਲਵੇਨੀਆ ਸੂਬੇ ਦੇ ਪਾਰਕਸ ਨਾਂ ਦੇ ਕੈਸੀਨੋ ਤੋਂ ਉਸਦੇ ਨਿਊ ਜਰਸੀ ਵਿੱਚ ਸਥਿਤ ਘਰ ਤੱਕ ਪਿੱਛਾ ਕਰਦੇ ਹੋਏ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਦੋਂ ਕਿ ਉਸਦਾ ਪਰਿਵਾਰ ਵੀ ਉੱਥੇ ਹੀ ਸੀ। ਉਸਦੀ ਪਛਾਣ ਸ਼੍ਰੀ ਰੰਗਾ ਅਰਪਾਲੀ 53 ਸਾਲ ਦੇ ਵਜੋਂ ਹੋਈ ਹੈ।
ਜਿਸ ਨੂੰ ਇੱਕ ਕਥਿਤ ਲੁੱਟਣ ਦੀ ਕੋਸ਼ਿਸ਼ ਦੇ ਦੌਰਾਨ ਲੁਟੇਰਿਆਂ ਨੇ ਨਿਊ ਜਰਸੀ ਦੇ ਟਾਊਨ ਪਲੇਨਸਬੋਰੋ ਵਿੱਚ ਬ੍ਰਾਈਡੇਲ ਕੋਰਟ ਵਿੱਚ ਉਸਦੇ ਘਰ ਦੇ ਅੰਦਰ ਗੋਲੀਆਂ ਮਾਰ ਦਿੱਤੀਆਂ। ਇਸ ਮਗਰੋਂ ਅਰਬਾਪੱਲੀ ਦੀ ਮੌਕੇ ਤੇ ਹੀ ਮੌਤ ਹੋ ਗਈ। ਘਟਨਾ ਬੀਤੀ ਰਾਤ 3:38 ਤੇ ਬ੍ਰਾਈਡੇਲ ਕੋਰਟ ਦੇ ਉਸਦੇ ਘਰ ਦੇ ਅੰਦਰ ਵਾਪਰੀ। ਪੁਲਿਸ ਦਾ ਕਹਿਣਾ ਹੈ ਕਿ ਪੈਨਸਿਲਵੇਨੀਆ ਸੂਬੇ ਦੇ ਨੋਰਿਸਟਾਊਨ ਦੇ ਲੁਟੇਰੇ 27 ਸਾਲਾ ਜਕਾਈ ਰੀਡ ਜੌਨ ਨਾਮੀ ਵਿਅਕਤੀ ਵੱਲੋਂ तेलुगु मूल ਦੇ ਭਾਰਤੀ ਰੰਗਾ ਅਰਪੱਲੀ ਦੇ ਪੈਨਸਿਲਵੇਨੀਆ ਸੂਬੇ ਦੇ ਪਾਰਕ ਕੈਸੀਨੋ ਵਿੱਚ ਉਦੋਂ ਪਿੱਛਾ ਕੀਤਾ ਗਿਆ ਜਦੋਂ ਉਹ ਇੱਕ ਵੱਡੀ ਰਕਮ ਜਿੱਤਣ ਮਗਰੋਂ ਨਿਊ ਜਰਸੀ ਆਪਣੇ ਘਰ ਜਾ ਰਿਹਾ ਸੀ। ਲੁਟੇਰੇ ਨੇ ਉਸ ਦਾ ਪਿੱਛਾ ਕੀਤਾ ਤੇ ਲੁੱਟਣ ਦੀ ਨੀਅਤ ਨਾਲ ਨਿਊ ਜਰਸੀ ਵਿੱਚ ਅਰਬਾਪੱਲੀ ਦੇ ਘਰ ਵਿੱਚ ਦਾਖਲ ਹੋ ਕੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਪੁਲਿਸ ਨੇ ਅਰਬਾਪੱਲੀ ਦੇ ਕਾਤਲ ਰੀਡ ਜੌਨ ਨਾਮੀ ਇੱਕ ਲੁਟੇਰੇ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਤੇ ਫਰਸਟ ਡਿਗਰੀ ਦੇ ਕਤਲ ਦੇ ਦੋਸ਼ ਲਗਾਏ ਗਏ ਹਨ। ਮ੍ਰਿਤਕ ਇੱਕ ਮਸ਼ਹੂਰ ਫਾਰਮਾਸਿਊਟੀਕਲ ਦਾ CEO ਸੀ ਅਤੇ ਇੱਕ ਧੀ ਤੇ ਪੁੱਤਰ ਦਾ ਪਿਤਾ ਸੀ। ਚੀਨ ਵਿੱਚ ਉਈਗਰ ਮੁਸਲਮਾਨਾਂ ਤੇ ਅਤਿਆਚਾਰ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚੀਨ ਨੇ ਇਹਨਾਂ ਉਈਗਰ ਮੁਸਲਮਾਨਾਂ ਦੇ ਅੰਗਾਂ ਦੀ ਕਾਲਬਾਜ਼ਾਰੀ ਕਰਕੇ ਅਰਬਾਂ ਰੁਪਏ ਦੀ ਕਮਾਈ ਕੀਤੀ ਹੈ। ਹੈਰਾਲਡ ਸਨ ਦੇ ਰਿਪੋਰਟ ਮੁਤਾਬਕ ਕਰੀਬ 1.5 ਲੱਖ ਲੋਕਾਂ ਨੂੰ ਇੱਥੇ ਕੈਦ ਕਰਕੇ ਰੱਖਿਆ ਗਿਆ। ਕੈਦ ਦੇ ਦੌਰਾਨ ਜ਼ਬਰਦਸਤੀ ਇਹਨਾਂ ਮੁਸਲਮਾਨਾਂ ਦੇ ਮਹੱਤਵਪੂਰਨ ਸਰੀਰਕ ਅੰਗ ਜਿਵੇਂ ਕਿਡਨੀ, ਲਿਵਰ ਕੱਢੇ ਜਾ ਰਹੇ ਹਨ ਅਤੇ ਇਹਨਾਂ ਦੀ ਕਾਲਾਬਾਜ਼ਾਰੀ ਕੀਤੀ ਜਾ ਰਹੀ ਹੈ। ਆਸਟ੍ਰੇਲੀਆ ਦੇ ਮੈਲਬੌਰਨ ਵਿੱਚ ਸਥਿਤ ਇੱਕ ਮਾਰਨਿੰਗ ਟੈਲਬਾਲਾਈਡ ਅਖਬਾਰ ਦੇ ਰਿਪੋਰਟ ਵਿੱਚ ਇਸ ਬਾਰੇ ਵਿੱਚ ਕਈ ਖੁਲਾਸੇ ਕੀਤੇ ਗਏ ਹਨ ਕਿ ਕਿਵੇਂ ਇੱਕ ਲਿਵਰ ਨੂੰ ਵੇਚ ਕੇ ਚੀਨ ਲਗਭਗ 1 ਕਰੋੜ 20 ਲੱਖ ਰੁਪਏ ਪ੍ਰਾਪਤ ਕਰਦਾ ਹੈ ਅਤੇ ਇਸ ਵਪਾਰ ਵਿੱਚ ਉਸ ਨੂੰ ਸਾਲਾਨਾ 75 ਅਰਬ ਰੁਪਏ ਦੇ ਆਸ-ਪਾਸ ਦੀ ਕਮਾਈ ਹੁੰਦੀ ਹੈ। ਗੌਰਤਲਬ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦ ਚੀਨ ਦੇ ਡਿਟੈਂਸ਼ਨ ਸੈਂਟਰਾਂ ਵਿੱਚ ਮਨੁੱਖੀ ਅੰਗਾਂ ਦੀ ਕਾਲਾਬਾਜ਼ਾਰੀ ਕੀਤੀ ਗਈ ਹੋਵੇ। ਇਸ ਤੋਂ ਪਹਿਲਾਂ ਵੀ ਕਈ ਵਾਰ ਚੀਨ ਤੇ ਇਸ ਤਰ੍ਹਾਂ ਦੇ ਦੋਸ਼ ਲੱਗ ਚੁੱਕੇ ਨੇ। ਇਸ ਸਾਲ ਦੇ ਸ਼ੁਰੂ ਵਿੱਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਨੇ ਕਿਹਾ ਕਿ ਉਈਗਰ, ਤਿੱਬਤੀਆਂ, ਮੁਸਲਮਾਨਾਂ ਅਤੇ ਈਸਾਈਆਂ ਸਣੇ ਘੱਟ ਗਿਣਤੀਆਂ ਦੇ ਅੰਗਾਂ ਦੀ ਤਸਕਰੀ ਨਾਲ ਮਨੁੱਖੀ ਅਧਿਕਾਰ ਮਾਹਰ ਬੇਹੱਦ ਚਿੰਤਤ ਹਨ। ਚੀਨ ਨੇ ਸ਼ਿਨਜੀਆਂਗ ਸੂਬੇ ਵਿੱਚ ਉਈਗਰ ਆਬਾਦੀ ਦੀ ਨਿਗਰਾਨੀ ਅਤੇ ਕੰਟਰੋਲ ਦੇ ਲਈ ਨਵੇਂ ਤੰਤਰ ਵਿਕਸਿਤ ਕੀਤੇ। ਇਹਨਾਂ ਵਿੱਚ ਪ੍ਰਬੰਧਕਾਂ ਨੂੰ ਸ਼ਾਮਲ ਕਰਨ ਦੀ ਨਵੀਂ ਪ੍ਰਣਾਲੀ ਬਣਾਈ ਗਈ ਹੈ ਜਿਨ੍ਹਾਂ ਤੇ ਘੱਟ ਤੋਂ ਘੱਟ 10 ਉਈਗਰ ਪਰਿਵਾਰਾਂ ਦੀ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਹੋਏਗੀ। ਇਹਨਾਂ ਤੇ CCTV ਕੈਮਰਿਆਂ ਰਾਹੀਂ ਹਰ ਸਮੇਂ ਨਜ਼ਰ ਰੱਖੀ ਜਾਂਦੀ ਹੈ। ਜਿਸ ਇਲਾਕੇ ਵਿੱਚ ਰਹਿੰਦੇ ਹਨ ਉਸ ਇਲਾਕੇ ਤੋਂ ਨਿਕਲਣ ਤੱਕ ਦੀ ਮਨਾਹੀ ਹੈ। ਇੱਕ ਪਾਸੇ ਕਾਂਗਰਸ ਪਾਰਟੀ ਵੱਲੋਂ ਪੰਜਾਬ ਵਿੱਚ ਮੁੜ ਤੋਂ ਆਪਣੀ ਸਰਕਾਰ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ, ਪਰ ਦੂਜੇ ਪਾਸੇ ਕਾਂਗਰਸ ਨੇ ਸਿੱਖ ਦੰਗਿਆਂ ਦੇ ਆਰੋਪੀ ਜਗਦੀਸ਼ ਟਾਈਟਲਰ ਨੂੰ ਦਿੱਲੀ ਕਾਂਗਰਸ ਦਾ ਪਰਮਾਨੈਂਟ ਇਨਵਾਈਟੀ ਬਣਾ ਕੇ ਨਵਾਂ ਵਿਵਾਦ ਖੜਾ ਕਰ ਲਿਆ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ 37 ਪਰਮਾਨੈਂਟ ਇਨਵਾਈਟੀ ਦੇ ਨਾਵਾਂ ਤੇ ਮੋਹਰ ਲਗਾਈ ਗਈ ਹੈ ਜਿਨ੍ਹਾਂ ਵਿੱਚ 1984 ਸਿੱਖ ਵਿਰੋਧੀ ਦੰਗਿਆਂ ਦੇ ਮੁਲਜ਼ਮ ਜਗਦੀਸ਼ ਟਾਈਟਲਰ ਦਾ ਨਾਮ ਵੀ ਸ਼ਾਮਲ ਹੈ। ਇੱਕ ਅੰਗਰੇਜ਼ੀ ਅਖਬਾਰ ਦੇ ਰਿਪੋਰਟ ਮੁਤਾਬਕ ਦਿੱਲੀ ਕਾਂਗਰਸ ਕਾਰਜਕਾਰੀ ਕਮੇਟੀ ਦੇ 87 ਸਾਲਾ ਨਾਮ ਜਨਰਲ ਸਕੱਤਰ KC ਵੱਲੋਂ ਜਾਰੀ ਕੀਤੇ ਗਏ ਨੇ ਜਿਨ੍ਹਾਂ ਵਿੱਚ 37 ਪਰਮਾਨੈਂਟ ਇਨਵਾਈਟੀ ਸ਼ਾਮਲ ਨੇ। ਜਗਦੀਸ਼ ਟਾਈਟਲਰ ਦੇ ਨਾਲ-ਨਾਲ ਸਾਬਕਾ ਕੇਂਦਰੀ ਮੰਤਰੀ ਕਪਿਲ ਸੱਬਲ, ਅਜੇ ਮਾਕਨ ਅਤੇ ਜਨਾਰਦਨ ਦਿਵੇਦੀ ਦਾ ਨਾਮ ਵੀ ਇਸ ਸੂਚੀ ਵਿੱਚ ਸ਼ਾਮਲ ਹੈ। ਕਾਂਗਰਸ ਦੇ ਇਸ ਸਿੱਖ ਵਿਰੋਧੀ ਫੈਸਲੇ ਤੇ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਤਿੱਖਾ ਨਿਸ਼ਾਨਾ ਸਾਧਿਆ। ਆਖਿਆ ਕਿ ਕਾਂਗਰਸ ਨੇ ਟਾਈਟਲਰ ਨੂੰ ਇਹ ਮਾਣ ਸਨਮਾਨ ਦੇ ਕੇ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ, ਪਰ ਕਾਂਗਰਸੀ ਨੇਤਾਵਾਂ ਨੇ ਇਸ ਮਾਮਲੇ ਤੇ ਚੁੱਪੀ ਸਾਧੀ ਹੋਈ ਹੈ। ਸਿਰਸਾ ਨੇ ਆਖਿਆ ਕਿ ਕਾਂਗਰਸ ਵਿੱਚ ਸਿੱਖਾਂ ਦੇ ਕਾਤਲ ਨੂੰ ਪੂਰਾ ਸਨਮਾਨ ਦਿੱਤਾ ਜਾ ਰਿਹਾ ਜਦਕਿ ਉਸ ਦੇ ਖਿਲਾਫ ਅਜੇ CBI ਕੇਸ ਪੈਂਡਿੰਗ ਹਨ। ਦਰਅਸਲ ਸੱਜਣ ਕੁਮਾਰ ਤੋਂ ਬਾਅਦ ਜਗਦੀਸ਼ ਟਾਈਟਲਰ ਕਾਂਗਰਸ ਦੇ ਅਜਿਹੇ ਵੱਡੇ ਨੇਤਾ ਨੇ ਜਿਨ੍ਹਾਂ ਦਾ ਨਾਮ 1984 ਦੇ ਆਰੋਪੀਆਂ ਵਿੱਚ ਲਿਆ ਜਾਂਦਾ ਹੈ। ਸੱਜਣ ਕੁਮਾਰ ਨੂੰ ਤਾਂ ਦਿੱਲੀ ਦੀ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਵੀ ਸੁਣਾਈ ਜਾ ਚੁੱਕੀ ਹੈ ਅਤੇ ਉਹ ਇਸ ਸਮੇਂ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ। 1984 ਕਤਲੇਆਮ ਵਿੱਚ ਸੱਜਣ ਕੁਮਾਰ ਦੀ ਭੂਮਿਕਾ ਬਾਰੇ CBI ਵੱਲੋਂ 2007, 2009 ਅਤੇ 2014 ਵਿੱਚ ਕਲੋਜ਼ਰ ਰਿਪੋਰਟ ਦਾਖਲ ਕੀਤੀ ਗਈ ਸੀ, ਪਰ 2015 ਵਿੱਚ 1984 ਦੇ ਸਿੱਖ ਵਿਰੋਧੀ ਦੰਗਾ ਪੀੜਤ ਦੀ ਪਟੀਸ਼ਨ ਮਗਰੋਂ ਉਸ ਨੂੰ ਕੜਕੜੂਮਾ ਅਦਾਲਤ ਵੱਲੋਂ ਖਾਰਜ ਕਰ ਦਿੱਤਾ ਗਿਆ ਸੀ ਅਤੇ CBI ਨੂੰ ਜਾਂਚ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਗਏ। ਹੋ ਸਕਦਾ ਹੈ ਕਿ ਜਗਦੀਸ਼ ਟਾਈਟਲਰ ਵੀ ਇਸ ਜਾਂਚ ਦੌਰਾਨ ਅੜਿੱਕੇ ਆ ਜਾਵੇ।
ਪੰਜਾਬ ਦੇ ਮੁੱਖ ਚੋਣ ਅਫਸਰ ਡਾਕਟਰ ਐਸ ਕਰੁਣਾ ਰਾਜੂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਲਈ ਕਮਿਸ਼ਨ ਪੂਰੀ ਤਰ੍ਹਾਂ ਤਿਆਰ ਹੈ। ਉਹਨਾਂ ਇੱਥੇ ਮੋਗਾ, ਫਰੀਦਕੋਟ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਦਿਸ਼ਾ ਨਿਰਦੇਸ਼ ਦਿੰਦਿਆਂ ਚੋਣ ਪ੍ਰਬੰਧਾਂ ਦਾ ਜਾਇਜ਼ਾ ਲਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਇਸ ਵਾਰ ਪੰਜਾਬ ਸੂਬੇ ਦੇ 80 ਸਾਲ ਤੋਂ ਵੱਧ ਉਮਰ ਦੇ 5 ਲੱਖ ਸੀਨੀਅਰ ਸਿਟੀਜ਼ਨ ਵੋਟਰਾਂ ਲਈ ਪੋਸਟਲ ਬੈਲਟ ਪੇਪਰ ਵਰਤੇ ਜਾਣਗੇ। ਮਹਿਲਾ ਵੋਟਰਾਂ ਲਈ ਇਸ ਵਾਰ ਤੁਹਾਡੀ ਵੋਟ ਤੁਹਾਡੀ ਤਾਕਤ ਤੇ ਤੁਹਾਡਾ ਮਾਣ ਨਾਂ ਦੀ ਵਿਸ਼ੇਸ਼ ਮੁਹਿੰਮ ਵੀ ਚਲਾਈ ਜਾ ਰਹੀ ਹੈ। ਇਸ ਤਰ੍ਹਾਂ ਹੁਣ ਤੱਕ ਦੀਆਂ ਖਬਰਾਂ ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।